everybody. So न्यूक्लियस ਦੀ ਆਪਾਂ ਪ੍ਰੋਬਲਮ ਨੂੰ ਕਿਉਂ ਹੈਂਡਲ ਕਰਦੇ ਆ ਰੋਟੇਸ਼ਨ ਮੈਟ੍ਰਿਕਸ ਦੀ ਰੂਟ ਕਿਉਂ ਪੈਂਦੀ ਬਿਕੋਜ਼ ਨਿਊਕਲੀਅਸ ਨੂੰ ਆਪਾਂ ਸੁਪਰ ਫਲੂਇਡ ਮੰਨ ਕੇ ਚੱਲਦੇ ਆ ਨਿਊਕਲੀਅਰ ਡੈਂਸਿਟੀ की कोई ਐਜ਼ ਅ ਹਾਰਡ ਬਾਲ ਨਹੀਂ ਹੈ ਤੁਸੀਂ ਇਹਨੂੰ ਲਿਕੁਇਡ ਦੀ ਤਰ੍ਹਾਂ ਡੀਲ ਕਰਦੇ ਹੋ ਕਿ ਲਿਕੁਇਡ ਇੱਕ ਡਾਇਰੈਕਸ਼ਨ ਤੋਂ ਦੂਸਰੀ ਡਾਇਰੈਕਸ਼ਨ ਵੱਲ ਮੂਵ ਵੀ ਕਰਦੇ ਬਿਕੋਜ਼ ਨਿਊਕਲੀਅਸ ਜਿਹੜੇ ਆ ਤੁਹਾਡੇ ਨਿਊਕਲੀਅਸ ਤੁਹਾਡੇ ਮੂਵ ਹਰ ਟਾਈਮ ਮੋਸ਼ਨ ਦੇ ਵਿੱਚ ਰਹਿਣਗੇ ਐਂਡ ਸੋ ਜਿਹੜੀ ਨਿਊਕਲੀਅਰ ਡੈਂਸਿਟੀ ਹੈ ਹਰ ਟਾਈਮ ਵੇਰੀ ਕਰਦੀ ਰਹਿੰਦੀ ਹੈ ਸੋ ਇਸ ਕਰਕੇ ਜਿਹੜੀ ਹੈ ਨਿਊਕਲੀਅਰ ਡੈਂਸਿਟੀ ਜਿਹੜੀ ਹੈ ਮੋਸ਼ਨ ਦੇ ਵਿੱਚ ਰਹੇਗੀ ਸੋ ਇਸ ਕਰਕੇ ਕੀ ਹੋਏਗਾ ਤੁਹਾਡੇ ਕੋਲ ਜਿਹੜੇ ਤੁਹਾਡੇ ਕੋਲ ਨਿਊਟਰੋਨਸ ਐਂਡ ਪ੍ਰੋਟੋਨਸ ਦਾ ਜਿਹੜਾ ਕਰੰਟ ਹੋਏਗਾ ਉਹ ਕਿਤੇ ਨਾ ਕਿਤੇ ਤੁਹਾਡੇ ਕੋਲ ਜਿਹੜੀ ਐਕਸਿਸ ਹੈ ਉਹ ਡਿਫਾਈਨ ਕਰੇਗਾ ਜਿਸ ਵੇਲੇ ਐਕਸਿਸ ਟਿਲਟ ਹੋਣਗੀਆਂ ਉਸ ਵੇਲੇ ਤੁਹਾਨੂੰ ਰੋਟੇਸ਼ਨ ਮੈਟ੍ਰਿਕਸ ਦੀ ਲੋੜ ਪਏਗੀ ਸੋ ਇਸ ਕਰਕੇ ਜਿਹੜੀਆਂ ਰੋਟੇਸ਼ਨ ਮੈਟ੍ਰਿਕਸ ਦੇ ਕਾਫੀ ਕੰਮ ਦੀ ਆਉਂਦੀ ਹੈ ਜਦੋਂ ਤੁਸੀਂ ਨਿਊਕਲੀਅਰ ਡੈਂਸਿਟੀ ਦੇ ਵਿੱਚ ਜਿਹੜੀ ਵੇਰੀਏਸ਼ਨ ਹੋ ਰਹੀ ਹੈ ਜਾਂ ਨਿਊਕਲੀਅਰ ਕਰੰਟ ਬਣ ਰਿਹਾ ਹੈ ਤਾਂ ਉਸ ਚੀਜ਼ ਨੂੰ ਆਪਾਂ ਡਿਸਕਸ ਕਰਨ ਦੀ ਗੱਲ ਕਰਦੇ ਹਾਂ ਸੋ ਨਿਊਕਲੀਅਰ ਮੋਸ਼ਨ ਜਿਹੜਾ ਹੈ ਉਹਦੇ ਵਿੱਚ ਇਹ ਚੀਜ਼ਾਂ ਕਾਫੀ ਕੰਮ ਦੀਆਂ ਹਨ ਬਿਕਾਜ਼ ਨਿਊਕਲੀਅਸ ਇਜ਼ ਸੁਪਰ ਫਲੂਇਡ ਰਾਦਰ ਦੈਨ ਰਿਜਿਡ ਬਾਲ ਨਹੀਂ ਹੈ ਸੋ ਰੋਟੇਸ਼ਨ ਮੈਟ੍ਰਿਕਸ ਦੀ ਆਪਾਂ ਗੱਲ ਕਰ ਰਹੇ ਸੀ ਬੇਟਾ ਸੋ ਇਹਦੇ ਵਿੱਚ ਆਪਾਂ ਕਾਫੀ ਚੀਜ਼ਾਂ ਡਿਸਕਸ ਕਰ ਚੁੱਕੇ ਹਾਂ ਮੈਂ ਦੁਬਾਰਾ ਅੱਜ ਫਿਰ ਰਿਪੀਟ ਕਰੂੰਗਾ ਬਿਕਾਜ਼ ਇਹ ਥੋੜਾ ਜਿਹਾ ਨਿਊ ਟੌਪਿਕ ਹੈ ਤੁਹਾਡੇ ਲਈ ਆਪਾਂ ਥੋੜਾ ਜਿਹਾ ਇਹਨੂੰ ਇਲੈਬੋਰੇਟ ਕਰਦੇ ਰਹਾਂਗੇ ਜਦ ਤੱਕ ਤੁਹਾਨੂੰ ਪ੍ਰੋਪਰਲੀ ਡਾਈਜੈਸਟ ਨਹੀਂ ਹੁੰਦਾ So definition of rotation matrices मैं दोबारा repeat कर रहा बेटा rotation matrices define the transformation properties of angular momentum eigen functions under rotation of the coordinate system मतलब ਕੀ ਹੈ ਜਦੋਂ ਆਪਣਾ ਕੋਆਰਡੀਨੇਟ ਸਿਸਟਮ ਨੂੰ ਰੋਟੇਟ ਕੀਤਾ ਜਾਏਗਾ ਤਾਂ ਉਸ ਕੇਸ ਦੇ ਵਿੱਚ ਆਪਣੇ ਕੋਲ ਜਿਹੜੀ ਐਂਗੂਲਰ ਮੋਮੈਂਟਮ ਜਿਹੜੀਆਂ ਹੈਗੀਆਂ ਵੈਲਿਊਜ਼ ਹੈਗੀਆਂ ਐਂਗੂਲਰ ਮੋਮੈਂਟਮ ਆਈਗਨ ਫੰਕਸ਼ਨਸ ਹੈਗੀਆਂ ਤਾਂ ਉਹ ਕਿਸ ਤਰ੍ਹਾਂ ਟ੍ਰਾਂਸਫਾਰਮ ਹੋਣਗੇ ਉਹਨਾਂ ਨੂੰ ਡਿਨੋਟ ਕਰਨ ਦੇ ਲਈ ਰੋਟੇਸ਼ਨ ਮੈਟ੍ਰਿਸਸ ਆਉਂਦੀਆਂ रोटेशनल मैट्रिसेस ਦੇ ਕੋਰਸਪੋਂਡਿੰਗ ਆਈਗਨ ਵੈਲਿਊਜ਼ ਵੀ ਆਣਗੀਆਂ ਆਪਣੇ ਕੋਲ ਮੈਟ੍ਰਿਕਸ ਐਲੀਮੈਂਟਸ ਆਣਗੇ ਸੋ ਇਹ ਸਾਰੇ ਰੋਟੇਸ਼ਨਲ ਮੈਟ੍ਰਿਕਸ ਜਿਹੜੇ ਵੈਲਿਊਜ਼ ਹੋਣਗੀਆਂ ਉਹਨਾਂ ਨੂੰ ਆਪਾਂ ਲਿਖਾਂਗੇ ਇਨ ਟਰਮਸ ਆਫ ਰੋਟੇਸ਼ਨਲ ਮੈਟ੍ਰਿਕਸ ਨੂੰ ਬਿਗਨਰ ਡੀ ਫੰਕਸ਼ਨਸ ਦੀ ਕੋਰਸਪੋਂਡਿੰਗ ਲਿਖਾਂਗੇ ਜਿਹਨੂੰ ਆਪਾਂ ਡੀ ਮੈਟ੍ਰਿਕਸ ਦਾ ਨਾਮ ਵੀ ਦਿੰਦੇ ਹਾਂ ਸੋ ਰੋਟੇਸ਼ਨਲ ਮੈਟ੍ਰਿਕਸ ਤੋਂ ਬਿਗਨਰ ਡੀ ਫੰਕਸ਼ਨਸ ਬਣਾਵਾਂਗੇ ਐਂਡ ਦੈਟ ਵਿਲ ਬੀ ਡੀ ਮੈਟ੍ਰਿਕਸ ਐਂਡ ਉਹਦੇ ਵਿੱਚ ਸਾਰੇ ਨੰਬਰ ਤੁਸੀਂ ਨੋਟ ਕਰੋਗੇ ਜਿਹੜੇ ਤੁਸੀਂ ਰੋਟੇਸ਼ਨ ਦੇ ਰਹੇ ਹੋ तो मैं पहला भी गल कर चुका एनी रोटेशन कैन बी डिफाइंड इन टर्म्स ऑफ आइलर एंगल्स 3 आइलर एंगल्स अल्फा बीटा गामा ਦਿੱਤੇ ਹੋਏ ਹੈ z ਦਾ ਕਨਸੈਪਟ ਹੈ ਮਤਲਬ ਕਿ ਸਭ ਤੋਂ ਪਹਿਲਾਂ z ਐਕਸਿਸ ਦੇ ਕੋਰਸਪੋਂਡਿੰਗ ਤੁਸੀਂ ਰੋਟੇਟ ਕਰੋਗੇ ਉਸ ਤੋਂ ਬਾਅਦ y ਐਕਸਿਸ ਦੇ ਕੋਰਸਪੋਂਡਿੰਗ ਰੋਟੇਟ ਕਰੋਗੇ ਐਂਡ ਅਗੇਨ ਜਿਹੜੇ ਤੁਸੀਂ z ਐਕਸਿਸ ਦੇ ਕੋਰਸਪੋਂਡਿੰਗ ਰੋਟੇਟ ਕਰੋਗੇ तो सब तो पहला ਤੁਸੀਂ z ਐਕਸਿਸ ਦੇ ਕੋਰਸਪੋਂਡਿੰਗ ਰੋਟੇਟ ਕੀਤਾ ਉਸ ਤੋਂ ਬਾਅਦ ਜਿਹੜਾ ਕੋਆਰਡੀਨੇਟ ਸਿਸਟਮ ਟ੍ਰਾਂਸਫਾਰਮ ਹੋਇਆ ਉਹਦੀ ਜਿਹੜੀ y ਐਕਸਿਸ ਹੈ ਉਹਨੂੰ ਪੜੋਗੇ ਐਂਡ y ਐਕਸਿਸ ਦੇ ਕੋਰਸਪੋਂਡਿੰਗ ਸਿਸਟਮ ਨੂੰ ਟ੍ਰਾਂਸਫਾਰਮ ਕਰੋਗੇ ਐਂਡ ਉਸ ਤੋਂ ਬਾਅਦ ਜਿਹੜਾ ਨੀ ਸਿਸਟਮ ਅਗੇਨ ਟ੍ਰਾਂਸਫਾਰਮ ਹੋ ਚੁੱਕਾ ਹੈ ਉਹ ਤੁਸੀਂ z ਐਕਸਿਸ ਨੂੰ ਫਿਕਸ ਕਰਕੇ ਬਾਕੀ ਸਾਰੇ ਦਾ ਸਾਰਾ ਸਿਸਟਮ ਟ੍ਰਾਂਸਫਾਰਮ ਕਰੋਗੇ ਐਂਡ ਜਿਹੜੀ ਰੋਟੇਸ਼ਨ ਹੋਏਗੀ ਅਲਫਾ ਬੀਟਾ ਐਂਡ ਗਾਮਾ ਦੇ ਕੋਰਸਪੋਂਡਿੰਗ ਹੋਏਗੀ ਦਿਸ ਇਜ਼ ਕਾਲਡ ਆਇਲਰ ਐਂਗਲ ਮੈਥਡੋਲੋਜੀ ਸੋ ਇਹ ਚੀਜ਼ਾਂ ਆਪਾਂ ਬੇਟਾ ਪੜ੍ਹ ਚੁੱਕੇ ਆ ਇਹਦੇ ਵਿੱਚ ਕੁਝ ਚੀਜ਼ਾਂ ਮੈਂ ਥੋੜੀ ਜਿਹੀ ਹਾਈਲਾਈਟ ਕਰਨ ਦੀ ਕੋਸ਼ਿਸ਼ ਕਰੂੰਗਾ तो सब तो पहले ਜਿਹੜੀ ਨੌਲੇਜ ਥਿਓਰੈਟੀਕਲ ਡਿਸਕ੍ਰਿਪਸ਼ਨ ਬਣਾਈ ਜਾਂਦੀ ਹੈ ਸਭ ਸਿੰਪਲ ਸਿਰਫ ਲੀਨੀਅਰ ਕੰਬੀਨੇਸ਼ਨ ਲੀਨੀਅਰ ਸਿਸਟਮ ਦੀ ਬਣਾਈ ਜਾਏਗੀ ਦੈਟ ਇਜ਼ ਯੂਅਰ ਵੈਕਟਰ ਸਿਸਟਮ ਜਿਹੜਾ ਕਿ ਸਫੈਰੀਕਲ ਟੈਂਸਰ ਆਫ ਰੈਂਕ 1 ਹੋ ਜਾਏਗਾ ਉਸ ਕੇਸ ਦੇ ਵਿੱਚ ਆਪਣੇ ਕੋਲ ਇਸ ਜਿਹੜੀ ਟ੍ਰਾਂਸਫਾਰਮੇਸ਼ਨ ਹੈ ਤੁਸੀਂ ਬੀਐਸਸੀ ਦੇ ਵਿੱਚ ਵੀ ਪੜ੍ਹੀ ਹੋਈ ਹੈ ਜਿਹਦਾ ਐਕਸ-ਵਾਈ ਪਲੇਨ ਹੈ ਕਿਸ ਤਰ੍ਹਾਂ ਰੋਟੇਟ ਕਰੇਗੀ cos ਦੇ ਅਲਫਾ ਬੀਟਾ ਦੇ ਕੋਰਸਪੋਂਡਿੰਗ ਤੁਹਾਡੇ ਕੋਲ एंगल्स आएंगे मैट्रिसेस बनने तो टू डायमेंशनल ਦੇ ਵਿੱਚ ਤੁਸੀਂ ਰੋਟੇਸ਼ਨ ਸ਼ਾਇਦ ਤੁਸੀਂ ਪੜ੍ਹੀ ਹੋਈ ਹੈ ਗੁਰਨਾਨਕ ਦੇਵ ਯੂਨੀਵਰਸਿਟੀ ਚ ਪੜ੍ਹਾਈ ਜਾਂਦੀ ਹੈ ਡੋਂਟ ਨੋ ਤੁਸੀਂ ਪੜ੍ਹੀ ਹੈ ਕਿ ਨਹੀਂ ਪੜ੍ਹੀ ਸੋ ਇਹਦੇ ਵਿੱਚ ਤੁਹਾਡੇ ਕੋਲ ਚੀਜ਼ਾਂ ਦਿੱਤੀਆਂ ਹੁੰਦੀਆਂ ਉਸ ਤੋਂ ਬਾਅਦ ਜਿਹੜੇ ਚੀਜ਼ਾਂ ਆਉਂਦੀਆਂ ਬੇਟਾ ਆਪਾਂ ਹਾਇਰ ਟੈਂਸਰ ਜਿਹੜੇ ਰੈਂਕ ਹੈਗੇ ਸਫੈਰੀਕਲ ਟੈਂਸਰ ਹੈਗਾ ਰੈਂਕ 2 ਹੋ ਗਿਆ ਤਾਂ ਉਸ ਕੇਸ ਦੇ ਵਿੱਚ 3 ਰੈਂਕ ਦਾ ਹੋ ਗਿਆ ਤਾਂ ਆਪਾਂ ਉਹਦੀ ਬਾਰੇ ਗੱਲ ਕਰ ਸਕਦੇ ਆ ਅਗਰ ਜਿਹੜੀ ਤੁਹਾਡੇ ਕੋਲ ਬਿਗਨਰ ਡੀ ਮੈਟ੍ਰਿਸਸ ਹੈ j = ਸਪਾਈਨਲ ਦੀ ਕੋਰਸਪੋਂਡਿੰਗ ਗੱਲ ਕਰ ਸਕਦੇ ਹੋ ਐਂਗਲ ਮੋਮੈਂਟਮ j = 1 ਹੋ ਗਿਆ ਉਹਦੇ ਕੋਰਸਪੋਂਡਿੰਗ ਜਿਹੜੀਆਂ ਮੈਟ੍ਰਿਸਸ ਟ੍ਰਾਂਸਫਾਰਮ ਹੋ ਗਿਆ ਮੈਟ੍ਰਿਕਸ ਐਲੀਮੈਂਟ ਦੇਣਗੀਆਂ ਤਾਂ ਉਹਦੀ ਕੋਰਸਪੋਂਡਿੰਗ ਆਪਾਂ ਗੱਲ ਕਰ ਸਕਦੇ ਹਾਂ रोटेशन इन टर्म्स ऑफ आइलर एंगल मैं ਤੁਹਾਨੂੰ ਆਲਰੇਡੀ ਦੱਸ ਚੁੱਕਿਆ ਸਭ ਤੋਂ ਪਹਿਲਾਂ z ਐਕਸਿਸ ਦੇ ਕੋਰਸਪੋਂਡਿੰਗ ਅਲਫਾ ਦੇ ਨਾਲ ਅਲਫਾ ਐਂਗਲ ਦੇ ਨਾਲ ਤੁਸੀਂ ਰੋਟੇਟ ਕਰੋਗੇ ਦੈਨ ਜਿਹੜੀ ਨਿਊ ਐਕਸਿਸ ਟ੍ਰਾਂਸਫਰ ਨਿਊ ਕੋਆਰਡੀਨੇਟ ਸਿਸਟਮ ਬਣੇਗਾ ਉਹਦੀ y1 ਜਿਹੜੀ y ਐਕਸਿਸ ਹੈ ਉਹਨੂੰ ਤੁਸੀਂ ਫਿਕਸ ਕਰੋਗੇ ਉਹਦੇ ਕੋਰਸਪੋਂਡਿੰਗ ਬੀਟਾ ਐਂਗਲ ਦੇ ਨਾਲ ਟ੍ਰਾਂਸਫਾਰਮ ਕਰੋਗੇ ਐਂਡ ਬੀਟਾ ਸਪਲਾਈ ਬਿਟਵੀਨ 0 ਐਂਡ π ਐਂਡ ਤੁਹਾਡਾ ਅਲਫਾ ਜਿਹੜਾ 0 ਐਂਡ 2 π ਦੇ ਵਿੱਚ ਕਰ ਲਾਈ ਕਰੇਗਾ ਐਂਡ ਉਸ ਤੋਂ ਬਾਅਦ ਵੀ ਜਦੋਂ ਤੁਸੀਂ ਸਿਸਟਮ ਟ੍ਰਾਂਸਫਾਰਮ ਕਰ ਦਿੱਤਾ ਤਾਂ ਅਲਟੀਮੇਟਲੀ ਜਿਹੜੀ ਫਾਈਨਲ z ਐਕਸਿਸ ਬਣੇਗੀ ਆਫਟਰ ਦੀ ਟ੍ਰਾਂਸਫਾਰਮੇਸ਼ਨ ਤੁਸੀਂ ਉਹਨੂੰ ਵੀ y ਕੇ ਗਾਮਾ ਐਂਗਲ ਦੇ ਨਾਲ ਤੁਸੀਂ ਮੂਵ ਕਰੋਗੇ ਰੋਟੇਟ ਕਰੋਗੇ ਸੋ ਇਹ ਤੁਹਾਡੀ ਜਿਹੜੀ ਰੋਟੇਸ਼ਨ ਹੈ ਕੰਪਲੀਟ ਰੋਟੇਸ਼ਨ ਕੈਨ ਬੀ ਡਿਸਕ੍ਰਾਈਬਡ ਇਨ ਟਰਮਸ ਆਫ 3 ਐਂਗਲਸ ਅਲਫਾ ਬੀਟਾ ਐਂਡ ਗਾਮਾ ਸੋ ਇਹ ਤੁਹਾਡੇ ਸਿੰਪਲ ਟਰਮਸ ਦਿੱਤੀਆਂ ਹੋਈਆਂ ਬੇਟਾ ਤੁਸੀਂ ਇਹਨੂੰ ਡਿਨੋਟ ਕਰ ਸਕਦੇ ਹੋ ਇਸ ਗ੍ਰਾਫ ਦੇ ਉੱਪਰ ਇਸ ਫਿਗਰ ਦੇ ਉੱਪਰ ਤੁਸੀਂ ਕਾਫੀ ਕੁਝ ਫਾਈਂਡ ਆਊਟ ਕਰ ਸਕਦੇ ਹੋ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਇਹ ਵਾਲੀ ਫਿਗਰ ਮੈਂ ਦੁਬਾਰਾ ਵੀ ਦੱਸਾਂਗਾ 4.1 ਵਾਲੀ ਸੋ ਇਹਦੇ ਨਾਲ ਤੁਸੀਂ ਕਾਫੀ ਸਾਰੀ ਤੁਹਾਡੀ ਪ੍ਰੋਬਲਮ ਜਿਹੜੀ ਹੈ ਹੈਂਡਲ ਹੋ ਜਾਣੀ ਹੈ
So transformation of a spherical vector under rotation of coordinate system. So ਆਪਾਂ tensor ਦੀ ਗੱਲ ਨਹੀਂ ਕਰ ਰਹੇ, ਸਿਰਫ spherical vector ਦੀ ਗੱਲ ਕਰ ਰਹੇ ਹਾਂ। ਤਾਂ ਫਿਲਹਾਲ ਦੀ ਘੜੀ ਆਪਾਂ ਸਭ ਤੋਂ ਪਹਿਲਾਂ z axis ਨੂੰ ਫਿਕਸ ਕੀਤਾ ਬੇਟਾ, ਉਹਦੇ corresponding ਤੁਹਾਡੇ ਕੋਲ ਇੱਕ rotation matrix ਬਣੇਗੀ ਐਂਡ ਉਹ ਜਿਹੜੀ ਕਿ ਵੈਲਿਊ ਹੋਏਗੀ cos alpha sin alpha minus sin alpha cos alpha। ਇਹ ਤੁਸੀਂ BSc ਦੇ ਵਿੱਚ ਪੜ੍ਹਿਆ ਹੋਇਆ ਆਈ ਹੋਪ। ਉਸ ਤੋਂ ਬਾਅਦ ਤੁਸੀਂ ਇਹਨੂੰ spherical components ਦੇ ਵਿੱਚ ਰਿਪਰੈਜ਼ੈਂਟ ਕਰਨ ਦੀ ਗੱਲ ਕਰਦੇ ਹੋ। spherical components 1 0 and -1 ਦੇ corresponding ਆਣਗੇ। ਸੋ ਉਹਦੇ corresponding ਤੁਹਾਡੇ ਕੋਲ ਜਿਹੜੇ ਰਿਜ਼ਲਟ ਬਣਨਗੇ ਤੁਸੀਂ ਇਹਨਾਂ ਨੂੰ ਲਿਖ ਸਕਦੇ ਹੋ। and spherical components ਦੇ corresponding ਜਿਹੜੀ rotation ਹੈ it can be expressed in terms of exponential factor that is finite rotation type e raised per iota alpha into ਤੁਹਾਡਾ ਇੱਕ third factor ਹੈਗਾ that will be used generator of rotation। ਤੁਸੀਂ j ਨਾਲ ਲਿਖ ਲਓ, ਤੁਸੀਂ ਕੈਪੀਟਲ L ਦੇ ਨਾਲ ਲਿਖ ਲਓ, ਸ਼ਰਤ ਤੁਹਾਡੀ ਹੈ। तो spherical components के corresponding ਤੁਸੀਂ ਕੀ ਲਿਖੋਗੇ, मैट्रिक्स एलिमेंट की corresponding मैट्रिक्स बनाओगे ਜਿਹੜੀ अल्फा रोटेशन की मैट्रिक्स बनेगी that is rotation with respect to angle alpha। similarly beta angle ਦੀ corresponding ਤੁਹਾਡੀ ਕੋਲ मैट्रिक्स बनेगी and so correspondingly ਤੁਹਾਡੇ ਕੋਲ gamma ਦੀ corresponding मैट्रिक्स बनेगी। so rotation by angle alpha, beta and gamma with respect to three axes z, y and x, z, y and z sorry। तो ये स्फेरिकल कंपोनेंट्स है, ज्यादा माइंड अप्लाई करने की लोड नहीं है, लेकिन फिलहाल की घड़ी ना एडजस्ट कर लोगे इस तरह की मैट्रिक्स एलिमेंट ਤੁਹਾਨੂੰ ਦੇਖਣ ਨੂੰ ਮਿਲਣਗੇ। ठीक है जी। उस तो बाद आ जाती बेटा रोटेशन मैट्रिक्स ਜਿਹੜੀ ਕਿ ਆਪਾਂ ਬਿਗਨਰ ਡੀ ਮੈਟ੍ਰਿਕਸ ਦੀ ਗੱਲ ਕਰਦੇ ਹਾਂ। ਰੋਟੇਸ਼ਨ ਜਿਹੜੀ ਆਪਾਂ ਰੋਟੇਸ਼ਨ ਮੈਟ੍ਰਿਕਸ ਹੁਣ ਤੱਕ ਡਿਸਕਸ ਕੀਤੀ ਹੈ, ਹੁਣ ਹੁਣੇ ਡਿਸਕਸ ਕਰਕੇ ਲਾਸਟ 5 ਮਿੰਟਸ ਤੋਂ, ਤਾਂ ਉਸ ਕੇਸ ਦੇ ਵਿੱਚ ਆਪਾਂ ਜਿਹੜੀ ਮੈਟ੍ਰਿਕਸ ਡਿਜ਼ਾਈਨ ਕੀਤੀ ਹੈ ਮੈਟ੍ਰਿਕਸ ਮਲਟੀਪਲੀਕੇਸ਼ਨ ਦੇ ਲਈ ਬਣੀ ਹੋਈ ਹੈ। ਲੇਕਿਨ ਆਪਾਂ ਜਿਹੜੇ ਐਕਸਲ ਦੇ ਵਿੱਚ ਰੋਟੇਸ਼ਨ ਮੈਟ੍ਰਿਕਸ ਆਉਂਦੀ ਹੈ ਦੈਟ ਦੋਜ਼ ਆਰ ਡੀ ਮੈਟ੍ਰਿਕਸ, ਉਹ ਕੀ ਹੋਣਗੇ, ਇਹਨਾਂ ਮੈਟ੍ਰਿਕਸ ਦਾ ਟਰਾਂਸਪੋਜ਼ ਹੋਏਗਾ ਐਕਚੁਅਲ ਦੇ ਵਿੱਚ, ਜਿਹੜੇ ਕਿ ਆਪਣੇ ਲਈ ਹੈਲਪਫੁਲ ਹੋਣਗੇ। ਸੋ ਇਹਨਾਂ ਮੈਟ੍ਰਿਕਸ ਦਾ ਟਰਾਂਸਪੋਜ਼ ਲੈ ਲਓ, ਟਰਾਂਸਫਾਰਮੇਸ਼ਨ ਮੈਟ੍ਰਿਕਸ ਦਾ ਬਿਗਨਰ ਡੀ ਮੈਟ੍ਰਿਕਸ ਬਣ ਜਾਂਦੀ ਹੈ। ਜਿਸ ਤਰ੍ਹਾਂ ਬਿਗਨਰ ਜੇ ਸਿੰਪਲ ਸੀ, ਉਸੇ ਤਰ੍ਹਾਂ ਬਿਗਨਰ ਡੀ ਮੈਟ੍ਰਿਕਸ ਹੈ। सो कंस्ट्रक्शन ऑफ अदर रोटेशन मैट्रिसेस, ਤੁਸੀਂ ਕਾਫੀ ਸਾਰੀ ਰੋਟੇਸ਼ਨ ਮੈਟ੍ਰਿसेस ਡਿਜ਼ਾਈਨ ਕਰ ਸਕਦੇ ਹੋ। ਇਹ ਤੁਹਾਡੇ ਕੋਲ ਰੈਂਕ 1 ਸੀਗਾ। ਅਗਰ ਸੈਕੰਡ ਰੈਂਕ ਦੀ ਟ੍ਰਾਂਸਫਾਰਮੇਸ਼ਨ ਮੈਟ੍ਰਿਕਸ ਡੀ ਮੈਟ੍ਰਿਕਸ ਬਣਾਣੀ ਹੈ ਤਾਂ ਉਹਦੇ ਕੋਰਸਪੋਂਡਿੰਗ ਤੁਹਾਡੇ ਕੋਲ ਬਾਕੀ ਟ੍ਰਾਂਸਫਾਰਮੇਸ਼ਨ ਲਾਜ਼ ਆਣਗੇ, ਉਹ ਸਾਰੇ ਫੰਡੇ ਤੁਸੀਂ ਦੇਖ ਸਕਦੇ ਹੋ ਬੇਟਾ। डी 1/2 ਵੀ ਬਣਾ ਸਕਦੇ ਹੋ। 1/2 ਕਿੱਥੇ ਆਏਗਾ, ਜਦੋਂ ਤੁਹਾਡੀ ਜਿਹੜੀ ਸਪਿਨ 1/2 ਦੀ ਜਿਹੜੀ ਕੰਸੀਡਰੇਸ਼ਨ ਹੋਏਗੀ, ਪਾਰਟੀਕਲ ਦੀ ਸਪਿਨ 1/2 ਨੂੰ ਤੁਸੀਂ ਟੇਕ ਇਨਟੂ ਕੰਸੀਡਰੇਸ਼ਨ ਕਰੋਗੇ। ਠੀਕ ਹੈ ਜੀ। ਸੋ ਵੈਨ s is equal to 1/2 ਔਰ j is equal to 1/2, ਉਸ ਕੇਸ ਦੇ ਵਿੱਚ ਵੀ ਤੁਹਾਡੇ ਕੋਲ ਇਹ ਸਾਰੇ ਦੇ ਸਾਰੇ ਫੰਡੇ ਇਨਵੋਲਵ ਹੋਣਗੇ। ਸੋ ਇਹ ਉਹਨਾਂ ਨੇ ਟੈਂਜੈਂਟ ਪਤੀ ਕਰਨਾ। ਸੋ ਇਹ ਕੱਲ ਦਾ ਬੇਸਿਕ ਆਈਡੀਆ ਜਿਹੜਾ ਆਪਾਂ ਦਿੱਤਾ ਸੀ ਬੇਟਾ, ਇਹ ਵਾਲਾ ਸੀ। हेलो हाँ जी बेटा, रोटेशन ऑपरेटर की गल है। और रोटेशन ऑपरेटर किस तरह डिजाइन किए जाएंगे। रोटेशन ऑपरेटर ਨੂੰ डिजाइन करने ਲਈ ਸਭ ਤੋਂ ਪਹਿਲਾਂ ਆਪਾਂ ਇਨਫਾਈਨਾਈਟ ਸਿਮਬਲ ਰੋਟੇਸ਼ਨ ਦੀ ਗੱਲ ਕਰਾਂਗੇ, ਉਸ ਤੋਂ ਬਾਅਦ ਇਹਨੂੰ ਫਾਈਨਾਈਟ ਰੋਟੇਸ਼ਨ ਤੱਕ ਲੈ ਕੇ ਚੱਲਾਂਗੇ। ਲੇਕਿਨ ਮੈਂ ਤੁਹਾਨੂੰ ਪਹਿਲੇ ਦੱਸਿਆ ਸੀ ਕੱਲ ਕਿ ਇਹ ਜਿਹੜੀ ਰੋਟੇਸ਼ਨ ਹੈ, ਰੋਟੇਸ਼ਨ ਨੂੰ ਆਪਾਂ ਐਕਸਪੋਨੈਂਸ਼ੀਅਲ ਫੈਕਟਰ ਦੇ ਵਿੱਚ ਲਿਖ ਸਕਦੇ ਹਾਂ ਯੂਜ਼ਿੰਗ ਜਨਰੇਟਰ। ਜਨਰੇਟਰ ਕਿਸੇ ਵੀ ਫਾਰਮ ਦੇ ਵਿੱਚ ਹੋ ਸਕਦਾ, ਸ਼ਾਇਦ ਗਰੁੱਪ ਥਿਊਰੀ ਪੜ੍ਹੀ ਹੋਈ ਹੈ ਫਸਟ ਈਅਰ ਦੇ ਵਿੱਚ, ਗਰੁੱਪ ਥਿਊਰੀ ਦੇ ਵਿੱਚ ਜਨਰੇਟਰ ਦਾ ਕਨਸੈਪਟ ਪ੍ਰੋਪਰਲੀ ਆਉਂਦਾ ਹੈ। Let us consider infinite symbol rotation about the z axis। So ਸਭ ਤੋਂ ਪਹਿਲਾਂ z axis ਦੀ ਗੱਲ ਕਰਦੀ ਹੈ in the right handed coordinate system and investigate how the wave function will transform। so ਜਦੋਂ wave function ਦੇ ਉੱਪਰ rotation operator apply ਕੀਤਾ ਜਾਏਗਾ ਤਾਂ ਉਸ ਕੇਸ ਦੇ ਵਿੱਚ ਆਪਣੇ ਕੋਲ wave function transform ਹੋ ਜਾਏਗਾ। ਸੋ r ਤੋਂ ਆਪਾਂ r ਪ੍ਰਾਈਮ ਦੇ ਵਿੱਚ ਜਾ ਰਹੇ ਹਾਂ ਬੇਟਾ, ਉਹਦੇ ਕੋਰਸਪੋਂਡਿੰਗ ਆਪਣੇ ਕੋਲ ਟ੍ਰਾਂਸਫਾਰਮੇਸ਼ਨ ਆਏਗੀ। ਤਾਂ ਤੁਸੀਂ ਆਪਣੀ ਰੋਟੇਸ਼ਨ ਜਿਹੜੀ 4.1 ਫਿਗਰ ਜਿਹੜੀ ਹੈ, ਜਦੋਂ ਤੁਸੀਂ ਆਪਣੇ ਸਿਸਟਮ ਨੂੰ ਟ੍ਰਾਂਸਫਾਰਮ ਕਰੋਗੇ ਤਾਂ ਉਹਦੇ ਵਿੱਚ ਤੁਸੀਂ ਚੈੱਕ ਕਰ ਲਿਓ ਬੇਟਾ, x ਦੇ ਵਿੱਚ y y into delta alpha ਆਏਗਾ ਐਂਡ y ਵਾਲੀ ਦੇ ਵਿੱਚ y minus x into delta alpha ਆਏਗਾ। ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ ਬੇਟਾ। ठीक है जी। सो ਇਹਦੇ ਵਿੱਚ ਆਪਾਂ ਚੈੱਕ ਕਰ ਸਕਦੇ ਹਾਂ ਕਿ ਜਿਹੜੀ ਆਪਣੇ ਕੋਲ ਟ੍ਰਾਂਸਫਾਰਮੇਸ਼ਨ ਆਏਗੀ ਇਟ ਵਿਲ ਬੀ ਇਨ ਦੀ ਫਾਰਮ ਆਫ ਅ ਵੈਕਟਰ ਆਪਰੇਟਰ, ਐਂਗਲ ਮੋਮੈਂਟਮ ਆਪਰੇਟਰ, ਜਿਹੜੇ ਕਿ ਤੁਸੀਂ ਚਾਹੇ LZ ਦੇ ਨਾਲ ਲਿਖ ਸਕਦੇ ਹੋ, ਤੁਸੀਂ GZ ਦੇ ਨਾਲ ਲਿਖ ਸਕਦੇ ਹੋ ਜਨਰਲਾਈਜ਼ ਕਰਨ ਦੇ ਲਈ। ਤਾਂ ਉਸ ਦੀ ਕੋਰਸਪੋਂਡਿੰਗ ਆਪਣੇ ਕੋਲ ਰਿਜ਼ਲਟ ਲਿਖਿਆ ਹੈ। ਸੋ Z ਐਕਸਿਸ ਦੇ ਕੋਰਸਪੋਂਡਿੰਗ ਅਗਰ ਤੁਸੀਂ ਰੋਟੇਸ਼ਨ ਕਰ ਰਹੇ ਹੋ ਤਾਂ ਆਰਬਿਟਲ ਐਂਗਲ ਮੋਮੈਂਟਮ ਦੇ ਕੋਰਸਪੋਂਡਿੰਗ ਇਹ ਰਿਜ਼ਲਟ ਰਹੇਗਾ। ਤਾਂ ਜਿਹੜਾ ਜਨਰੇਟਰ ਹੋਏਗਾ ਉਹ ਇਸ ਦੀ ਕੋਰਸਪੋਂਡਿੰਗ ਆ ਜਾਏਗਾ। So you can generalize it as psi prime of r, ਜਿਹੜਾ after the rotation ਆਏਗਾ it will be given by 1 minus iota delta alpha into jz into psi of r। तो psi of r ਜਿਹੜਾ wave function ਸੀਗਾ, ਜਿਹਨੂੰ ਤੁਸੀਂ ਟ੍ਰਾਂਸਫਾਰਮ ਕੀਤਾ ਹੈ by using a generator and generator ਜਿਹੜਾ ਹੈ jz ਦੇ ਕੋਰਸਪੋਂਡਿੰਗ ਹੈ and ਤੁਸੀਂ ਉਹਦੇ ਕੋਰਸਪੋਂਡਿੰਗ ਜਿਹੜਾ ਰੋਟੇਸ਼ਨ ਤੋਂ ਬਾਅਦ psi prime ਬਣਿਆ ਹੈ, ਤੁਸੀਂ ਉਹਨੂੰ ਐਗਜ਼ੈਕਟਲੀ ਫਾਈਨਾਈਟ ਰੋਟੇਸ਼ਨ ਦੀ ਟਰਮ ਦੇ ਵਿੱਚ ਲਿਖਣਾ ਚਾਹੋ ਤਾਂ ਲਿਖ ਸਕਦੇ ਹੋ ਬੇਟਾ। ਡੈਲਟਾ ਅਲਫਾ ਜਿਹੜਾ ਹੈ ਉਹ ਸਮਾਲ ਰੋਟੇਸ਼ਨ ਹੈ, ਇਨਫਾਈਨਾਈਟ ਡੈਸੀਮਲ ਸਮਾਲ ਰੋਟੇਸ਼ਨ ਨੂੰ ਤੁਸੀਂ ਕਪਲ ਕਰਕੇ you can build up a finite rotation in the exponential minus iota alpha into jz the corresponding लिख सकते हैं। So jz is your generator of the rotation।
ठीक है जी। तो रोटेशनल ग्रुप ਨੂੰ ਆਪਾਂ ਕੰਸੀਡਰ ਕਰ ਸਕਦੇ ਹਾਂ। तो इस तरह की नॉलेज भी अपने ਕੋਲ आती है। तो सिमिलरली पहले अल्फा एंगल ਦੇ ਨਾਲ रोटेट ਕੀਤਾ बेटा z एक्सिस ਦੇ ਕੋਰਸਪੋਂਡਿੰਗ ਉਸ ਤੋਂ ਬਾਅਦ ਆਪਾਂ y एक्सिस ਦੇ ਅਕੋਰਡਿੰਗ रोटेट कर रहे हैं ਕੋਰਸਪੋਂਡਿੰग टू एंगल बीटा एंड ਉਸ ਤੋਂ ਬਾਅਦ ਆਪਾਂ थर्ड ਜਿਹੜਾ ਹੋਏਗਾ ਆਪਾਂ ਕੀ ਕਰਾਂਗੇ z एक्सिस ਦੇ ਕੋਰਸਪੋਂਡਿੰਗ ਗਾਮਾ ਦੇ ਨਾਲ रोटेट ਕਰਾਂਗੇ। ਸੋ ਅਲਫਾ ਬੀਟਾ ਗਾਮਾ ਦੇ ਕੋਰਸਪੋਂਡਿੰਗ ਆਪਣੇ ਕੋਲ ਰਿਜ਼ਲਟ ਆਉਣਗੇ। ਤੁਸੀਂ ਇਸੇ ਚੀਜ਼ ਨੂੰ ਰਿਪਰੈਜ਼ੈਂਟ ਕਰ ਸਕਦੇ ਹੋ ਬਾਈ ਐਂਗਲ ਸਿੰਗਲ रोटेशन ਸਾਈ ਦੇ ਨਾਲ ਰਿਪਰੈਜ਼ੈਂਟ ਕਰ ਸਕਦੇ ਹੋ। ਥੀਟਾ ਐਂਡ ਪਾਈ ਨੂੰ ਫਿਕਸ ਕਰਕੇ ਉਹਦੇ ਕੋਰਸਪੋਂਡਿੰਗ ਤੁਸੀਂ ਰਿਪਰੈਜ਼ੈਂਟ ਕਰ ਸਕਦੇ ਹੋ। ਜਿਹੜੀ ਟ੍ਰਾਂਸਫਾਰਮੇਸ਼ਨ ਉਸ ਤਰ੍ਹਾਂ ਦੀ ਆ ਜਾਏਗੀ। ਸੋ ਦੋ ਤਰ੍ਹਾਂ ਦੇ ਮੈਥਡ ਹੈ, ਇੱਕ ਆਇਲਰ ਐਂਗਲ ਹੈ, ਇੱਕ ਫਿਕਸ रोटेशन ਵਾਈਸ ਐਂਗਲ ਹੈ। सो ਤੁਹਾਡੇ ਕੋਲ रोटेशन मैट्रिक्स corresponding to three एंगल ਜਿਹੜੀ ਹੈ ਉਹ r of z, r of y1 and r of z2 ਆਏਗਾ ਅਲਫਾ ਬੀਟਾ ਗਾਮਾ ਦੀ corresponding। ਸੋ finite rotation ਦੇ corresponding ਅਗਰ ਆਪਾਂ ਲਿਖਣ ਦੀ ਗੱਲ ਕਰੀਏ ਤਾਂ exponential minus iota alpha jz, exponential minus iota beta jy1 and exponential minus iota y into j of z2 ਦੀ corresponding ਆਪਣੇ ਕੋਲ ਰਿਜ਼ਲਟ ਆਣਗੇ। We have the following relation between the parameters set specifying the single rotation and Euler angle. So single rotation and Euler angle ਨੂੰ ਵੀ ਤੁਸੀਂ ਕੰਪੇਅਰ ਕਰ ਸਕਦੇ ਹੋ। ਤੁਹਾਡੀ ਬੁੱਕਸ ਵਿੱਚ ਕਲਾਸੀਕਲ ਮੈਕੈਨਿਕਸ ਦੀ ਬੁੱਕਸ ਦੇ ਵਿੱਚ ਸ਼ਾਇਦ ਦਿੱਤਾ ਹੋਵੇਗਾ। ਠੀਕ ਹੈ ਜੀ। ਸੋ ਇਹ ਚੀਜ਼ ਆਪਾਂ ਪੜ੍ਹ ਚੁੱਕੇ ਹਾਂ ਬੇਟਾ। ਅਲਟੀਮੇਟਲੀ ਜਿਹੜੀ ਰੋਟੇਸ਼ਨ ਹੈ ਆਪਾਂ ਨੂੰ ਇਸ ਫਾਰਮ ਦੇ ਵਿੱਚ ਦਿੱਤੀ ਹੋਈ ਹੈ। ਸੋ ਇਹ ਚੀਜ਼ ਆਪਾਂ ਪੜ੍ਹ ਚੁੱਕੇ ਹਾਂ, ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਜਾਵਾਂਗੇ। ਸੋ ਉਸ ਤੋਂ ਬਾਅਦ ਆਪਣੇ ਕੋਲ ਆ ਜਾਂਦਾ ਬੇਟਾ ਦੀ ਪ੍ਰੋਪਰਟੀਜ਼ ਲਿਖੀਆਂ ਹੋਈਆਂ। ਉਸ ਤੋਂ ਬਾਅਦ ਆਪਾਂ ਸਮਾਲ ਡੀ ਮੈਟ੍ਰਿਕਸ ਦੀ ਗੱਲ ਕਰਦੇ ਹਾਂ। ਸਮਾਲ ਡੀ ਮੈਟ੍ਰਿਕਸ ਦੀ ਗੱਲ ਕਰਨ ਦੇ ਲਈ ਆਪਣੇ ਕੋਲ ਕੀ ਦਿੱਤਾ ਹੋਇਆ ਬੇਟਾ, ਜਿਹੜੇ ਬਿਗਨਰ ਡੀ ਮੈਟ੍ਰਿਕਸ ਹੈ ਉਹਨੂੰ ਵੇਵ ਫੰਕਸ਼ਨ ਦੀ ਟ੍ਰਾਂਸਫਾਰਮੇਸ਼ਨ ਦੇ ਕੋਰਸਪੋਂਡਿੰਗ ਆਪਾਂ ਇੰਪਲੀਮੈਂਟ ਕੀਤਾ ਹੋਇਆ। ਅਗਰ ਮੈਟ੍ਰਿਕਸ ਐਲੀਮੈਂਟ ਫਾਈਂਡ ਆਊਟ ਕਰਨ ਦੀ ਗੱਲ ਕਰੀਏ, ਬਿਕਾਜ਼ ਬਿਗਨਰ ਡੀ ਮੈਟ੍ਰਿਕਸ ਜਿਹੜੀਆਂ ਇਹ ਮੈਟ੍ਰਿਕਸ ਹੈ, ਇਹਦੇ ਮੈਟ੍ਰਿਕਸ ਐਲੀਮੈਂਟ ਆਪਾਂ ਨੂੰ ਆਇਡੈਂਟੀਫਾਈ ਕਰਨੇ ਪੈਣਗੇ। ਸੋ ਮੈਟ੍ਰਿਕਸ ਐਲੀਮੈਂਟ ਦੀ ਜਿਹੜਾ ਆਇਡੈਂਟੀਫਾਈ ਕਰਨ ਦੀ ਗੱਲ ਆਏਗੀ ਤਾਂ ਉਸ ਚੀਜ਼ ਨੂੰ ਰਿਪਰੈਜ਼ੈਂਟ ਕਿਸ ਤਰ੍ਹਾਂ ਕੀਤਾ ਜਾਏਗਾ। ਸੋ ਸਾਈ ਆਫ ਜੇ ਓਰੀਜਨਲ ਟੂ ਸਾਈ ਆਫ ਜੇ ਐਮ ਪ੍ਰਾਈਮ ਆਰ, ਜਿਹੜਾ ਕਿ ਉਹਦੇ ਵਿੱਚ ਕੋਰਸਪੋਂਡਿੰਗ ਮੈਟ੍ਰਿਕਸ ਐਲੀਮੈਂਟ ਆ ਗਿਆ। ਐਮ ਪ੍ਰਾਈਮ ਹੈ, ਐਮ ਪ੍ਰਾਈਮ ਤੁਹਾਡਾ ਕੀ ਹੋਇਆ ਟ੍ਰਾਂਸਫਾਰਮਡ ਸਿਸਟਮ ਹੋ ਗਿਆ। ਉਹਦੇ ਕੋਰਸਪੋਂਡਿੰਗ ਜਿਹੜੇ ਰੋਟੇਸ਼ਨ ਮੈਟ੍ਰਿਕਸ है ਉਹਦੇ ਕਾਲ ਜਿਹੜੇ ਐਲੀਮੈਂਟਸ ਨੇ ਉਹ ਸਾਰੇ ਤੁਹਾਡੇ ਬਿਗਨਰ ਡੀ ਮੈਟ੍ਰਿਕਸ ਨੂੰ ਕੋਰਸਪੋਂਡ ਕਰਨਗੇ ਐਲੀਮੈਂਟਸ। ਸੋ ਆਰ ਮੈਟ੍ਰਿਕਸ ਆਪਾਂ ਬਣਾ ਚੁੱਕੇ ਹਾਂ ਬੇਟਾ। ਆਰ ਜਿਹੜੀ ਰੋਟੇਸ਼ਨ ਗਰੁੱਪ ਰੋਟੇਸ਼ਨ ਮੈਟ੍ਰਿਕਸ ਬਣਾ ਚੁੱਕੇ ਹਾਂ, ਉਹਦੇ ਕੋਰਸਪੋਂਡਿੰਗ ਆਪਣੇ ਕੋਲ ਜਿਹੜੀ ਵੈਲਿਊਜ਼ ਆ ਰਹੀਆਂ ਉਹਨਾਂ ਨੂੰ ਇੰਪਲੀਮੈਂਟ ਕਰ ਸਕਦੇ ਹਾਂ। ਹੁਣ ਜਿਹੜਾ ਕਿ ਇਹ jz ਹੈ ਇਹ ਤੁਹਾਡੇ ਵੇਵ ਫੰਕਸ਼ਨ ਦੇ ਉੱਪਰ ਇੰਪਲੀਮੈਂਟ ਕੀਤਾ ਜਾਏਗਾ ਤਾਂ ਅਲਟੀਮੇਟਲੀ ਬਿਕਾਜ਼ ਵੇਵ ਫੰਕਸ਼ਨ ਦੇ ਉੱਪਰ ਵੇਵ ਫੰਕਸ਼ਨ ਦੇ ਵਿੱਚ ਕਿਹੜੀ ਵੈਲਿਊ ਇਨਫੋਰਮੇਸ਼ਨ ਕੈਰੀ ਕਰਦਾ ਹੈ ਵੇਵ ਫੰਕਸ਼ਨ, ਦੈਟ ਇਜ਼ ਗਿਵਨ ਬਾਈ j and m। ਸੋ ਤੁਹਾਡੇ ਕੋਲ ਮੈਗਨੈਟਿਕ ਕੁਆਂਟਮ ਨੰਬਰ ਜਿਹੜਾ ਤੁਹਾਡੇ ਦਿੱਤਾ ਹੋਇਆ m, ਉਹਦੀ ਵੀ ਇਨਫੋਰਮੇਸ਼ਨ ਤੁਹਾਡੀ ਵੇਵ ਫੰਕਸ਼ਨ ਦੇ ਵਿੱਚ ਪਈ ਹੋਈ ਹੈ। ਜਦੋਂ ਤੁਸੀਂ ਆਪਰੇਟਰ ਨਾਲ ਆਪਰੇਟ ਕਰੋਗੇ ਤਾਂ ਅਲਟੀਮੇਟਲੀ ਆਟੋਮੈਟਿਕ ਤੁਹਾਡੀ ਇਨਫੋਰਮੇਸ਼ਨ ਬਾਹਰ ਆ ਜਾਏਗੀ। ਸੋ ਇਹਦੇ ਨਾਲ ਕੀ ਹੋਏਗਾ e raised by a minus iota gamma into j of m, ਸੌਰੀ m ਦੇ ਬਰਾਬਰ ਆ ਜਾਏਗਾ। ਸੋ ਜਦੋਂ ਤੁਸੀਂ ਐਕਸਪ੍ਰੈਸ਼ਨ ਪਾਰਟ ਦੇ ਨਾਲ ਆਪਰੇਟਰ ਦੇ ਨਾਲ ਇਹਦੇ ਉੱਪਰ ਆਪਰੇਟ ਕਰੋਗੇ ਤਾਂ m ਬਾਹਰ ਆ ਜਾਏਗਾ। ਸੋ ਇਹ ਵੈਲਿਊ ਬਾਹਰ ਆ ਜਾਏਗੀ ਆਟੋਮੈਟਿਕਲੀ। ਤੁਹਾਡੇ ਕੋਲ ਜਦੋਂ ਇਹ ਵਾਲਾ ਆਪਰੇਟਰ ਬਰਾਹ ਦੇ ਉੱਪਰ ਆਪਰੇਟ ਕਰੇਗਾ ਤਾਂ ਉਹਦੇ ਕੋਰਸਪੋਂਡਿੰਗ ਤੁਹਾਡੇ ਕੋਲ m ਪ੍ਰਾਈਮ ਦੀ ਵੈਲਿਊ ਆ ਜਾਏਗੀ। ਸੋ ਜਦ ਤੁਹਾਡਾ ਆਪਰੇਟਰ ਤੁਹਾਡੀ ਵੈਲਿਊਜ਼ ਨੂੰ ਬਾਹਰ ਕੱਢੇਗਾ। तो ਇਹ ਸਾਰੇ ਸਾਰਾ ਫੈਕਟਰ ਆਪਾਂ ਕੱਲ ਵੀ ਡਿਸਕਸ ਕੀਤਾ ਸੀਗਾ ਥੋੜਾ ਜਿਹਾ। ਸੋ ਉਸ ਤੋਂ ਬਾਅਦ ਆਪਾਂ ਕੀ ਗੱਲ ਕਰ ਸਕਦੇ, ਆਪਣੇ ਕੋਲ ਦੋ ਫੈਕਟਰ ਬਚ ਗਏ, ਐਲੀਮੀਨੇਟ ਹੋ ਗਏ ਬੇਟਾ। jz ਵਾਲੇ z ਐਕਸਿਸ ਦੇ ਕੋਰਸਪੋਂਡਿੰਗ ਜਿਹੜੀ ਰੋਟੇਸ਼ਨ ਸੀ ਬਾਈ ਐਂਗਲ ਗਾਮਾ ਐਂਡ ਬਾਈ ਐਂਗਲ ਅਲਫਾ, ਦੋਨੋਂ ਹੀ ਆਪਣਾ ਫਾਈਨਲ ਦੀ ਵੈਲਿਊ ਆ ਜਾਂਦੀ ਹੈ। m ਪ੍ਰਾਈਮ ਆਪਾਂ ਨੂੰ ਪਤਾ ਹੋਏਗਾ, m ਆਪਾਂ ਨੂੰ ਪਤਾ ਹੋਏਗਾ, ਲੇਕਿਨ ਬਾਕੀ ਕੀ ਬਚਿਆ ਬੇਟਾ ਬੀਟਾ ਐਂਗਲ ਦੇ ਨਾਲ ਜਿਹੜੀ ਰੋਟੇਸ਼ਨ ਕੀਤੀ ਹੋਈ ਹੈ ਉਹਦੀ ਵੈਲਿਊ ਆਪਾਂ ਫਾਈਂਡ ਆਊਟ ਕਰਨ ਦੀ ਗੱਲ ਕਰਾਂਗੇ। ਠੀਕ ਹੈ। ਸੋ ਇਸ ਕੇਸ ਦੇ ਵਿੱਚ ਆਪਣੇ ਕੋਲ ਜਿਹੜਾ ਆਹ ਵਾਲਾ ਫੈਕਟਰ ਬਚਿਆ ਹੋਇਆ ਇਹਨੂੰ ਆਪਾਂ ਸਮਾਲ ਡੀ ਮੈਟ੍ਰਿਕਸ ਦੀ ਫਾਰਮ ਦੇ ਵਿੱਚ ਲਿਖਦੇ ਆ dm prime and m and small j ਦੇ ਨਾਲ ਰਿਪਰੈਜ਼ੈਂਟ ਕੀਤਾ ਜਾਂਦਾ ਹੈ। ਜਿਹਦਾ ਸਮਾਲ ਡੀ ਮੈਟ੍ਰਿਕਸ ਇਹਨਾਂ ਨੂੰ ਸਮਾਲ ਬੋਲਿਆ ਜਾਂਦਾ ਬੇਟਾ। ਸੋ ਕੈਪੀਟਲ ਡੀ ਮੈਟ੍ਰਿਕਸ ਜਿਹੜੀਆਂ ਹੈਗੀਆਂ ਇਟ ਕੈਨ ਬੀ ਰਿਟਨ ਇਨ ਟਰਮਸ ਆਫ ਸਮਾਲ ਡੀ ਮੈਟ੍ਰਿਕਸ ਲਾਈਕ ਦਿਸ। ਜਿਹੜੀ ਸਮਾਲ ਡੀ ਮੈਟ੍ਰਿਕਸ ਹੈ ਉਹਨਾਂ ਦੀਆਂ ਪ੍ਰੋਪਰਟੀਜ਼ ਜਿਹੜੀਆਂ ਸੈਪਰੇਟ ਆਊਟ ਹੋਣਗੀਆਂ। ਯੂਨਿਟਰੀ ਐਂਡ ਟ੍ਰਾਂਸਫਾਰਮੇਸ਼ਨ ਐਂਡ ਰੀਅਲ ਮੈਟ੍ਰਿਕਸ ਹੈ, ਇਸ ਕਰਕੇ ਮੈਟ੍ਰਿਕਸ ਐਲੀਮੈਂਟ ਰੀਅਲ ਹੋਣਗੇ। इस केस में ਤੁਹਾਡੇ ਕੋਲ ਜਿਹੜੀਆਂ ਪ੍ਰੋਪਰਟੀਜ਼ ਹੈ ਇਹ ਰਿਕਾਰਡਿੰਗ ਦਿੱਤੀਆਂ ਹੋਈਆਂ। ਸੋ ਕੁਐਸਚਨ ਨੰਬਰ 5.23 5.24 5.25 ਜਿਹੜੀ ਹੈ ਉਹ ਤੁਸੀਂ ਦੇਖ ਸਕਦੇ ਹੋ। Once we obtain the matrix elements, the construction of the full rotation matrix is simple because of this equation. Also, the construction of small matrices for higher j values can be done. ਸੋ ਸਭ ਤੋਂ ਪਹਿਲੀ ਗੱਲ ਕਿ ਆਪਾਂ ਇਹਨੂੰ ਬਣਾ ਸਕਦੇ ਹਾਂ ਬੇਟਾ ਹਾਇਰ ਜੇ ਵੈਲਿਊ ਦੇ ਲਈ ਐਂਡ ਲੋਅਰ ਜੇ ਵੈਲਿਊ ਦੇ ਲਈ ਵੀ ਬਣਾ ਸਕਦੇ ਹਾਂ। ਜੇ ਇਕੁਅਲ ਟੂ 1 ਹਾਫ ਮਿਨੀਮਮ ਵੈਲਿਊ ਹੋਗੀ, ਉਸ ਤੋਂ ਉੱਪਰ ਜੇ ਇਕੁਅਲ ਟੂ 1 2 ਐਂਡ ਸੋ ਔਨ ਤੁਸੀਂ ਇਹਨੂੰ ਕੈਰੀ ਆਊਟ ਕਰ ਸਕਦੇ ਹੋ। ठीक है। कंस्ट्रक्शन ऑफ dj matrices for higher j values can be done starting from the lower j values using the coupling scheme for rotation matrices to be discussed in section 5.5। तो ਤੁਸੀਂ ਹਰ ਸੈਕਸ਼ਨ ਹਰ j values ਦੇ ਲਈ ਵੀ ਇਹਨੂੰ ਯੂਜ਼ ਕਰ ਸਕਦੇ ਹੋ ਫਾਈਂਡ ਆਊਟ ਕਰਨ ਦੇ ਲਈ। ਸੋ ਅਲਟੀਮੇਟਲੀ ਇਹਦੇ ਵਿੱਚ ਕੀ ਫਾਈਂਡ ਆਊਟ ਕਰਨ ਦੀ ਗੱਲ ਕੀਤੀ ਗਈ ਹੈ ਬੇਟਾ, ਆਪਾਂ ਆਪਣੇ ਕੋਲ ਇਹ ਵੈਲਿਊ ਆ ਚੁੱਕੀ ਹੈ, ए भी वैल्यू राइट हैंड साइड वाली वैल्यू आ चुकी है। अगर आप ए वाला फैक्टर कंप्लीट नोट कर लेने तो अल्टीमेटली अपने को जो मैट्रिक्स एलिमेंट्स है बिगिनर डी मैट्रिक्स के कोरस्पोंडिंग अपने को रिजल्ट दे देंगे। तो अल्टीमेटली अपने मैट्रिक्स एलिमेंट नोन होंगे जो ए वाला स्मॉल डी मैट्रिक्स अपन पता होंगे।
So rotation matrix for the spinal. So spinal the case with j is equal to 1/2 हो जाएगा. So d raised to power 1/2 the corresponding ਆਪਾਂ ਜਿਹੜੀ rotation elements ਜਿਹੜੇ ਆ ਕਰਨ ਦੀ ਕੋਸ਼ਿਸ਼ ਕਰਾਂਗੇ. So ਆਪਣੇ ਕੋਲ ਕੀ ਹੈ y axis ਦੇ corresponding ਆਪਾਂ ਬੀਟਾ ਦਿੱਤਾ ਹੋਇਆ. ਅਗਰ ਆਪਾਂ y axis ਦੇ corresponding rotation ਦੀ ਗੱਲ ਕਰਦੇ ਹਾਂ so that will be e raised to minus iota beta and to sy ਕੀ ਹੈ it is generator of your rotation ਜਿਹੜਾ ਕਿ ਤੁਹਾਡੇ ਕੋਲ beta angle ਦੇ ਨਾਲ ਹੋ ਰਹੀ ਹੈ. So ਤੁਹਾਡੇ ਕੋਲ rotation operator ਜਿਹੜਾ ਹੋ ਗਿਆ that is e raised to minus iota beta by 2 into sigma y ਜਿਹੜਾ ਤੁਹਾਡੇ ਕੋਲ operator ਸੀਗਾ operator because y axis ਦੇ ਉੱਪਰ operate ਕਰ ਰਹੇ ਇਸ ਕਰਕੇ sigma y polymetric ਆਣ ਗਿਆ sigma y divided by 2 ਆ ਜਾਏਗਾ ultimately ਤੁਹਾਡੇ ਕੋਲ ਤੁਸੀਂ ਇਹਨੂੰ solve out ਕਰਕੇ ਦੇਖ ਸਕਦੇ ਹੋ ਬੇਟਾ solve out किस तरह करोगे e raised to power x is equal to 1 plus x into x square by 2 factorial plus x cube by 3 factorial सारे फंडे देते हुए बेटा sigma polymetric ਦੀਆਂ ਹੋਰ ਪ੍ਰੋਪਰਟੀਜ਼ ਹੁੰਦੀਆਂ ਬੇਟਾ sigma x square sigma y square sigma z square is equal to 1 ਹੁੰਦਾ ਹੈ तो ਇਸ ਵੈਲਿਊ ਨੂੰ ਤੁਸੀਂ ਓਪਨ ਅਪ ਕਰਕੇ ਦੇਖ ਸਕਦੇ ਹੋ ਅਲਟੀਮੇਟਲੀ ਤੁਹਾਡੇ ਕੋਲ ਕੀ ਹੋਏਗਾ ਅਲਟੀਮੇਟਲੀ ਤੁਹਾਡੇ ਕੋਲ cos of beta by 2 minus iota sigma y into sin of beta by 2 ਦੇ ਕੋਰਸਪੋਂਡਿੰਗ ਇਹ ਵਾਲਾ ਫੈਕਟਰ ਆ ਜਾਏਗਾ ਠੀਕ ਹੈ ਜੀ Substituting the matrix elements of sigma y, we obtain the matrix representation for the operator, and it is denoted by d raised to power 1 by 2 of beta. So ਇਹਦੀ ਜਿਹੜੀ ਮੈਟ੍ਰਿਕਸ ਦੀ ਰਿਪਰੈਜ਼ੈਂਟੇਸ਼ਨ ਹੈ ਹੁਣ ਬਿਕੋਜ਼ ਆਪਣੇ ਕੋਲ ਜਿਹੜੀ ਰੋਟੇਸ਼ਨ ਮੈਟ੍ਰਿਕਸ ਆਈ ਹੈ ਇਹਦੇ ਵਿੱਚ ਕੀ ਹੈ ਇੱਥੇ ਆਇਡੈਂਟੀਟੀ ਅਤੇ ਐਲੀਮੈਂਟ ਹੋਏਗਾ ਆਇਡੈਂਟੀਟੀ ਮੈਟ੍ਰਿਕਸ ਹੋਏਗੀ ਇੱਥੇ ਸਿਗਮਾ y ਪਈ ਹੋਈ ਹੈ ਸਿਗਮਾ y ਦੀ ਕੋਰਸਪੋਂਡਿੰਗ ਤੁਸੀਂ ਇਹਦੀ ਵੈਲਿਊ ਵਗੈਰਾ ਫਿਲ ਕਰ ਸਕਦੇ ਹੋ ਐਂਡ ਸਿਗਮਾ ਜਿਹੜਾ ਸਾਈਨ ਆਫ ਬੀਟਾ ਬਾਈ 2 ਕੀ ਹੈ ਅਲਟੀਮੇਟਲੀ ਮੈਟ੍ਰਿਕਸ ਦੇ ਨਾਲ ਮਲਟੀਪਲਾਈ ਹੋ ਕੇ ਤੁਹਾਡੇ ਕੋਲ ਇੱਕ ਫਾਈਨਲ ਮੈਟ੍ਰਿਕਸ ਦੇ ਦੇਗਾ ਜਿਹੜੀ ਕਿ d1/2 ਮੈਟ੍ਰਿਕਸ ਹੋਏਗੀ ਫॉर ਦੀ ਕੇਸ ਆਫ ਸਪਾਈਨਲ ਰਿਪਰੈਜ਼ੈਂਟੇਸ਼ਨ in a similar way we can obtain the rotation matrix for rotations about x and x axis and z axis so x axis ਦੇ corresponding a ਵਾਲੀ ਵੈਲਿਊ ਆਏਗੀ ਬੇਟਾ z axis ਦੇ corresponding ਵੀ ਤੁਹਾਡੇ ਕੋਲ ਇੱਕ ਵੈਲਿਊ ਆਏਗੀ ਜਿਹੜੀ ਕਿ ਤੁਹਾਡੇ ਕੋਲ ਦਿੱਤੀ ਹੋਈ ਹੈ on the screen let us now investigate the effect of rotation of the coordinate system on the eigenfunction so eigenfunction ਨੂੰ ਜਦੋਂ ਆਪਾਂ ਟ੍ਰਾਂਸਫਾਰਮ ਕਰਦੇ ਹਾਂ by using the rotation by angle beta ਤਾਂ ਕੀ ਹੋਏਗਾ ठीक है जी तो सपोज अगर रोटेशन तो बाद अपने को जेड़ा वेव फंक्शन बचता है psi of m बचता है so explicit dimension of the quantum number is omitted because it is understood that j is equal to 1 by 2 ਤੇ ਆਪਾਂ ਸਪਾਈਨਲ ਦੀ ਹੀ ਗੱਲ ਕਰ ਰਹੇ ਹਾਂ d 1 by 2 ਦੀ ਕੋਰਸਪੋਂਡਿੰਗ ਹੀ ਆਪਾਂ ਗੱਲ ਕਰ ਰਹੇ ਹਾਂ so if we wish to express the eigen function psi and chi as column vectors and the d is a matrix and use the usual rule of matrix multiplication then we find that the matrix d raised to transpose which is the transpose d is more convenient so ਆਪਾਂ ਸਟਾਰਟਿੰਗ ਦੇ ਵਿੱਚ ਹੀ ਗੱਲ ਕੀਤੀ ਹੈ ਬੇਟਾ ਜਦੋਂ ਆਪਾਂ ਮੈਟ੍ਰਿਕਸ ਦੀ ਮਲਟੀਪਲੀਕੇਸ਼ਨ ਦੀ ਗੱਲ ਕਰਾਂਗੇ ਤਾਂ ਆਪਾਂ ਸਿੰਪਲ ਮੈਟ੍ਰਿਕਸ ਲੈ ਕੇ ਚੱਲਾਂਗੇ ਜਦੋਂ ਆਪਾਂ ਡੀ ਮੈਟ੍ਰਿਕਸ ਦੀ ਗੱਲ ਕਰਾਂਗੇ ਤਾਂ ਆਪਾਂ ਟ੍ਰਾਂਸਪੋਜ਼ ਵਾਲੀ ਫਾਰਮ ਯੂਜ਼ ਕਰਾਂਗੇ ਹੁਣ ਇਹ ਟ੍ਰਾਂਸਪੋਜ਼ ਵਾਲੀ ਫਾਰਮ ਹੈ ਇਸ ਕਰਕੇ ਆਪਾਂ ਜੇ ਟ੍ਰਾਂਸਪੋਜ਼ ਲੈ ਕੇ ਆਪਾਂ origignal ਮੈਟ੍ਰਿਕਸ ਜਿਹੜੀ ਹੈ ਉਹ ਕਨਵਰਟ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਇਸ ਕਰਕੇ ਉਹਦੇ ਉੱਪਰ ਟ੍ਰਾਂਸਪੋਜ਼ ਪਾਇਆ ਹੋਇਆ ਹੈ ਸੋ ਇਹ ਟ੍ਰਾਂਸਪੋਜ਼ ਮੈਟ੍ਰਿਕਸ ਹੈ ਹੁਣ ਆਪਾਂ ਬੀਟਾ ਐਂਗਲ ਦੇ ਨਾਲ बिकॉज y axis ਦੀ ਗੱਲ ਹੋ ਰਹੀ ਹੈ ਇਸ ਕਰਕੇ ਆਪਾਂ y axis ਦੇ ਕੋਰਸਪੋਂਡਿੰਗ ਰੋਟੇਸ਼ਨ ਜਿਹੜੀ ਆਪਾਂ ਫਾਈਂਡ ਆਊਟ ਕੀਤੀ ਹੈ ਉਹਨੂੰ ਤੁਸੀਂ ਇੰਟਰਪ੍ਰੀਟ ਕਰ ਸਕਦੇ ਹੋ ਹੁਣ ਤੁਹਾਡੇ ਕੋਲ ਸਪਾਈਨਲ original ਕਿਹੜਾ ਸੀ ਬੇਟਾ that was psi 1/2 and -1/2 ਉਹਦੀ ਕੋਰਸਪੋਂਡਿੰਗ ਤੁਸੀਂ ਟ੍ਰਾਂਸਫਾਰਮ ਕਰੋਗੇ 1/2 and -1/2 ਦੀ ਕੋਰਸਪੋਂਡਿੰਗ ਤੁਹਾਡੇ ਕੋਲ ਰਿਜ਼ਲਟ ਆਏਗਾ ਸੋ ਆਪਣੇ ਕੋਲ ਕੀ ਹੈ ਬੇਟਾ ਅਗਰ ਸਪੋਜ਼ ਕਰੋ ਆਪਾਂ 2π ਦੇ ਨਾਲ ਰੋਟੇਟ ਕਰਨ ਦੀ ਗੱਲ ਕਰਦੇ ਹਾਂ ਸੋ ਆਪਣੇ ਕੋਲ ਕੀ ਹੋਏਗਾ 2π ਰੋਟੇਟ ਕਰਨ ਦੇ ਨਾਲ ਆਪਣੇ ਕੋਲ originally ਆਪਣੇ ਕੋਲ ਵੇਵ ਫੰਕਸ਼ਨ ਜਿਹੜਾ ਵੈਕਟਰ ਹੈ ਵਾਪਸ ਆ ਜਾਣਾ ਚਾਹੀਦਾ ਸੇਮ ਵੈਕਟਰ ਹੋਣਾ ਚਾਹੀਦਾ ਲੇਕਿਨ ਇੱਥੇ ਨਹੀਂ ਹੁੰਦਾ बिकॉज ਇਹਦੇ ਕੇਸ ਵਿੱਚ ਕੀ ਹੈ ਬੀਟਾ ਅਗਰ 2π ਮੰਨ ਕੇ ਚੱਲੋਗੇ ਤਾਂ ਕੀ ਹੋ ਜਾਏਗਾ ਬੇਟਾ ਅਲਟੀਮੇਟਲੀ ਆਪਣੇ ਕੋਲ π ਹੀ ਆਏਗਾ π 2π divided by 2 that's corresponding cos of π with its sin n by 0 ਹੋ ਗਿਆ ਇਹ ਵੀ 0 ਹੋ ਗਿਆ and -1 ਦੇ corresponding ਆ ਗਿਆ ਤੁਸੀਂ ਚੈੱਕ ਕਰ ਸਕਦੇ ਹੋ -1 and 0 ਦੇ corresponding ਤੁਹਾਡੇ ਕੋਲ ਰਿਜ਼ਲਟ ਆਣਗੇ so this is the contradiction to the case of vector for which rotation through an angle 2π leaves the vector undisturbed so ਆਪਣੇ ਕੋਲ ਕੀ ਹੈ ਜਿਸ ਤਰ੍ਹਾਂ ਵੈਕਟਰ ਹੈ ਅਗਰ 2π ਨੂੰ ਰੋਟੇਟ ਕਰ ਦਈਏ ਤਾਂ ਅਲਟੀਮੇਟਲੀ ਸੇਮ ਵੈਕਟਰ ਆਪਣੇ ਕੋਲ ਰੀਗੇਨ ਹੋ ਜਾਂਦਾ ਲੇਕਿਨ ਇਹ ਸਪਾਈਨਲ ਹੈ ਸਪਾਈਨਲ ਇਦਾਂ ਨਹੀਂ ਚੱਲਦੀ so spinal through rotation through an angle 4π is necessary to get the same spinal so beta we should put 2π 4π instead of 2π here so to get the same result so that is why the spinals are sometimes referred to as half vector ਦੇ ਤੌਰ ਤੇ ਵੀ ਨੂੰ ਰਿਪਰੈਜ਼ੈਂਟ ਕੀਤਾ ਜਾਂਦਾ ਸੋ ਸਪਾਈਨਲ ਦੀ ਜਿਹੜੀ ਰਿਪਰੈਜ਼ੈਂਟੇਸ਼ਨ ਹੈ ਉਹ ਡਿਫਰੈਂਟ ਹੁੰਦੀ ਹੈ as compared to normal matrices ਇੰਟਰਸਟਿੰਗ ਫੀਚਰਸ ਹੋਰ ਵੀ ਹੈਗੇ ਸਪਾਈਨਲ ਦੇ ਬੇਟਾ ਦਿੱਤੇ ਹੋਏ ਆ ਉਹ ਤੁਸੀਂ ਆਪ ਦੇਖ ਸਕਦੇ ਹੋ ਉਹ ਤੁਹਾਡੇ ਸਕਰੀਨ ਨੋਟਸ ਵਿੱਚ ਦਿੱਤੇ ਹੋਏ ਆ तो काफी सारे फीचर्स है
ਸੋ ਕਲੈਪਸ ਗਾਰਡਨ ਸੀਰੀਜ਼ ਕੀ ਹੈ ਬੇਟਾ, ਹੁਣ ਕਲੈਪਸ ਗਾਰਡਨ ਸੀਰੀਜ਼ ਜਿਹੜੀਆਂ ਹੈਗੀਆਂ ਦਿੱਤੀਆਂ ਹੋਈਆਂ ਉਹਨਾਂ ਨੂੰ ਆਪਾਂ ਯੂਜ਼ ਕਰਕੇ ਹਰ ਡੀ ਮੈਟ੍ਰਿਕਸ ਵੀ ਬਣਾ ਸਕਦੇ ਹਾਂ ਬੇਟਾ। ਐਂਗਲੋਮੈਟਰ ਜਿਸ ਤਰ੍ਹਾਂ ਕਪਲ ਹੁੰਦਾ ਉਹਦੇ ਕੋਰਸਪੋਂਡਿੰਗ ਹਰ ਡੀ ਮੈਟ੍ਰਿਕਸ ਡਿਜ਼ਾਈਨ ਕੀਤੀਆਂ ਜਾ ਸਕਦੀਆਂ। So we shall obtain a coupling rule for the rotation matrices। rotation matrices ਦੇ corresponding ਆਪਾਂ coupling rule design ਕਰ ਸਕਦੇ ਹਾਂ। ਜਿਹੜਾ ਆਪਣੇ ਕੋਲ ਕੀ ਹੈ ਬੇਟਾ, ਅਗਰ ਦੋ ਡੀ ਮੈਟ੍ਰਿਕਸ ਹੈ ਉਹਨਾਂ ਨੂੰ ਕਪਲ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ, ਐਂਗਲੋਮੈਟਰ ਦਾ ਕਪਲ ਕੀਤਾ ਜਾਏਗਾ। ਸੋ ਸਿੰਪਲ ਟਰਮੀਨੋਲੋਜੀ ਹੈ। ਅਗਰ ਵੈਕਟਰ ਹੈ ਤਾਂ ਸੌਰੀ ਵੇਵ ਫੰਕਸ਼ਨ ਹੈ, ਵੇਵ ਫੰਕਸ਼ਨ ਦੇ ਉੱਪਰ ਡੀ ਮੈਟ੍ਰਿਕਸ ਨਾਲ ਰਿਲੇਟ ਕਰਦੇ ਹੋ ਤਾਂ ਵੇਵ ਫੰਕਸ਼ਨ ਰੋਟੇਟ ਹੋਏਗਾ। तो दो वेव फंक्शन है ਤੁਹਾਡੇ ਕੋਲ ਜਿਹਨਾਂ ਨੂੰ ਤੁਸੀਂ ਕਪਲ ਕਰ ਰਹੇ ਹੋ ਤਾਂ ਦੋਨਾਂ ਦੇ ਲਈ ਇੰਡੀਪੈਂਡੈਂਟਲੀ ਤੁਹਾਡੇ ਕੋਲ ਡੀ ਮੈਟ੍ਰਿਕਸ ਲੱਗਣਗੀਆਂ। ਉਹਦੇ ਕੋਰਸਪੋਂਡਿੰਗ ਜਿਹੜਾ ਫਾਈਨਲ ਰਿਜ਼ਲਟ ਹੋਏਗਾ ਉਹਦੇ ਉੱਪਰ ਵੀ ਤੁਸੀਂ ਆਪਰੇਟ ਕਰਵਾਓਗੇ। ਸੋ ਲੈਫਟ ਹੈਂਡ ਸਾਈਡ ਐਂਡ ਰਾਈਟ ਹੈਂਡ ਸਾਈਡ ਦੇ ਉੱਪਰ ਤੁਸੀਂ ਰੋਟੇਟ ਸਿਸਟਮ ਨੂੰ ਰੋਟੇਟ ਕਰਾਂਗੇ। ਸੋ ਰੋਟੇਟਿੰਗ ਦੀ ਕੋਆਰਡੀਨੇਟ ਸਿਸਟਮ ਥਰੂ ਆਇਲਰ ਐਂਗਲ ਵੀ obtain this thing। Equation number 45। So state j of mu on the right hand side can be expressed। तो अपने को ਜਿਹੜੀ j of mu है ਜਿਹੜੀ state ਦਿੱਤੀ ਹੋਈ ਹੈ can be expressed in terms of these 6j symbols। ठीक है, इस फॉर्म ਦੇ ਵਿੱਚ ਆਪਾਂ ਲਿਖ ਸਕਦੇ ਹਾਂ। inserting this equation back into this form and ਆਪਾਂ ਜਿਹੜੀ ਨਾਰਮਲਾਈਜੇਸ਼ਨ ਕੰਡੀਸ਼ਨ ਵਗੈਰਾ ਲਗਾ ਕੇ ਆਪਾਂ ਇਹਨੂੰ ਸੋਲਵ ਆਊਟ ਕਰ ਸਕਦੇ ਹਾਂ। ਠੀਕ ਹੈ ਜੀ। ਸੋ ਅਲਟੀਮੇਟਲੀ ਆਪਣੇ ਕੋਲ ਕੀ ਹੋ ਜਾਏਗਾ, ਅਗਰ ਦੋ ਡੀ ਮੈਟ੍ਰਿਕਸ ਹੈਗੀਆਂ ਉਹਨਾਂ ਨੂੰ ਕਪਲ ਕਰਨ ਦੀ ਗੱਲ ਕਰਦੇ ਆ ਤਾਂ ਅਲਟੀਮੇਟਲੀ ਆਪਣੇ ਕੋਲ ਇਸ ਤਰ੍ਹਾਂ ਦੀ ਫਾਰਮੂਲੇਸ਼ਨ ਆਪਣੇ ਕੋਲ ਆਏਗੀ। ਔਨ ਦ ਸਕਰੀਨ ਤੁਹਾਡੇ ਕੋਲ J1 J2 ਦੇ ਕੋਰਸਪੋਂਡਿੰਗ J ਐਂਡ J of M ਆ ਜਾਏਗਾ ਐਂਡ J of mu ਆ ਜਾਏਗਾ। ਦੋਨੋਂ ਨੂੰ ਆਪਾਂ ਕਪਲ ਕਰ ਸਕਦੇ। ਦਿਸ ਇਜ਼ ਨੋਨ ਐਜ਼ ਕਲੈਪਸ ਗਾਰਡਨ ਸੀਰੀਜ਼ ਫॉर improving the J number। So enhancing the J number or whatever you say। ठीक है जी। So you can increase the trend। So ਤੁਹਾਡੇ ਕੋਲ ਕੀ ਦਿੱਤਾ ਹੋਇਆ ਇਨਵਰਸ ਕਲੈਪਸ ਗਾਰਡਨ ਸੀਰੀਜ਼ ਜਿਹੜੀ ਆ ਉਹ ਵੀ ਤੁਸੀਂ ਡਿਜ਼ਾਈਨ ਕਰ ਸਕਦੇ ਹੋ, ਉਲਟਾ ਵੀ ਲਿਖ ਸਕਦੇ ਹੋ। ਸੋ ਇਹਦੇ ਵਿੱਚ ਕੋਈ ਜ਼ਿਆਦਾ ਹਾਰਡ ਐਂਡ ਫਾਸਟ ਵਾਲਾ ਕੰਮ ਨਹੀਂ ਹੈ। ਤੁਹਾਡੇ ਔਨ ਦੀ ਸਕਰੀਨ ਨੋਟਸ ਦਿੱਤੇ ਹੋਏ ਬੇਟਾ, ਤੁਸੀਂ ਇਹਨੂੰ ਚੈੱਕ ਕਰ ਲਿਓ। ਕੋਈ ਪ੍ਰੋਬਲਮ ਆਉਂਦੀ ਮੈਂ ਹੈਂਡਲ ਕਰ ਲਾਂਗਾ। ਅਲਟੀਮੇਟਲੀ ਤੁਹਾਡੇ ਕੋਲ ਜਿਹੜੇ ਸਿੰਬਲ ਹੈ ਇਸ ਫਾਰਮ ਦੇ ਵਿੱਚ ਦਿੱਤੇ ਹੋਏ। ਸੋ ਸੇਮ ਫਾਰਮ ਆਏਗੀ, ਕੋਈ ਜ਼ਿਆਦਾ ਫਰਕ ਨਹੀਂ ਹੋਏਗਾ। ਸੋ ਇਹ ਸਾਰੇ ਫੰਡੇ ਆਪਣੇ ਕੋਲ ਦਿੱਤੇ ਹੋਣਗੇ। ਸੋ ਇਨਵਰਸ ਜਿਹੜੀ ਹੈਗੀ ਆ ਉਹ ਵੀ ਦਿੱਤੀ ਹੋਈ ਹੈ। ਸਭ ਪ੍ਰੋਪਰਲੀ ਦੋ ਤਿੰਨ ਤਰੀਕੇ ਦਿੱਤੇ ਹੋਏ ਇਹਨਾਂ ਨੂੰ ਸੋਲਵ ਆਊਟ ਕਰਨ ਦੇ, ਤੁਸੀਂ ਦੇਖ ਲਿਓ। So unitary and symmetry properties of the rotation matrices। So symmetry properties किस तरह ਦਿੱਤੀਆਂ ਹੋਈਆਂ ਬੇਟਾ, symmetry properties ਜਿਹੜੀਆਂ ਦਿੱਤੀਆਂ ਹੋਈਆਂ ਉਹਦੇ ਅਕੋਰਡਿੰਗਲੀ ਆਪਣੇ ਕੋਲ ਜਿਹੜੇ ਕੁਝ ਸਬ ਰੂਲਸ ਬਣ ਗਏ। ਠੀਕ ਹੈ ਜੀ। ਸਿਮੈਟਰੀ ਪ੍ਰੋਪਰਟੀਜ਼ ਇਹਨਾਂ ਨੇ ਦਿੱਤੀਆਂ ਦੀ ਕੋਸ਼ਿਸ਼ ਕੀਤੀ ਹੈ ਬਾਈ ਯੂਜ਼ਿੰਗ ਆਰਥੋਨੋਰਮੈਲਿਟੀ ਕੰਡੀਸ਼ਨਸ। ਆਰਥੋਨੋਰਮੈਲਿਟੀ ਨੂੰ ਯੂਜ਼ ਕਰਕੇ ਆਪਣੇ ਕੋਲ ਸਿਮੈਟਰੀ ਪ੍ਰੋਪਰਟੀਜ਼ ਆਪਾਂ ਸਕੇਲਰ ਪ੍ਰੋਡਕਟ ਲੈ ਕੇ ਆਪਾਂ ਯੂਜ਼ ਕਰਦੇ ਹਾਂ। ਸੋ ਇਹਦੀ ਕੋਰਸਪੋਂਡਿੰਗ ਡੈਲਟਾ ਆਫ ਮਿਊ ਇਨਟੂ m ਦੇ ਕੋਰਸਪੋਂਡਿੰਗ ਆਪਣੇ ਕੋਲ ਰਿਜ਼ਲਟ ਆਏਗਾ। ਅਗਰ ਇਹ ਬਰਾਬਰ ਹੋਣਗੇ ਤਾਂ 1 ਹੋਏਗਾ, ਅਦਰਵਾਈਜ਼ 0 ਹੋ ਜਾਏਗਾ। ਤਾਂ ਆਰਥੋਨੋਰਮੈਲਿਟੀ ਦੀ ਕੰਡੀਸ਼ਨ ਅਪਲਾਈ ਕੀਤੀ ਹੋਈ ਹੈ। तो अगर ਤੁਹਾਡਾ ਵੇਵ ਫੈਕਟਰ ਜਿਹੜਾ ਹੈ, ਤੁਹਾਡਾ ਵੇਵ ਫੰਕਸ਼ਨ ਜਿਹੜਾ ਹੈ ਟ੍ਰਾਂਸਫਰ ਦੀ ਟ੍ਰਾਂਸਫਰਮੇਸ਼ਨ ਇਸ ਤਰ੍ਹਾਂ ਦਾ ਬਣਦਾ ਹੈ ਤਾਂ ਉਹਦਾ ਸਕੇਲਰ ਪ੍ਰੋਡਕਟ ਲੈ ਕੇ ਤੁਸੀਂ ਉਹਨੂੰ ਜਿਹੜੀਆਂ ਡੀ ਮੈਟ੍ਰਿਕਸ ਦੀਆਂ ਪ੍ਰੋਪਰਟੀਜ਼ ਨੂੰ ਸੈਟੀਸਫਾਈ ਕਰਵਾਉਣ ਦੀ ਗੱਲ ਕੀਤੀ। ਸੋ ਇਹ ਤੁਹਾਡੀ ਫਸਟ ਪ੍ਰੋਪਰਟੀ ਹੋ ਜਾਂਦੀ ਹੈ 5.58 ਵਾਲੀ। ਅਗਰ ਦੋ ਮੈਟ੍ਰਿਕਸ ਦਿੱਤੀਆਂ ਹੋਈਆਂ ਤਾਂ ਉਹਦੀ ਕੋਰਸਪੋਂਡਿੰਗ ਜਿਹੜਾ ਰਿਜ਼ਲਟ ਹੋਏਗਾ 1 ਵਿਲ ਬੀ ਮਿਊ ਦੀ ਕੋਰਸਪੋਂਡਿੰਗ m। ਅਗਰ ਮਿਊ ਐਂਡ m ਬਰਾਬਰ ਹੋਣਗੇ ਬਿਕਾਜ਼ ਮਿਊ ਪ੍ਰਾਈਮ ਦੇ ਉੱਪਰ ਸਮ ਕੀਤਾ ਹੋਇਆ, ਅਗਰ ਮਿਊ ਐਂਡ ਬਰਾਬਰ ਹੋਣਗੇ ਮਿਊ m ਤਾਂ ਰਿਜ਼ਲਟ 1 ਹੋਏਗਾ, ਅਦਰਵਾਈਜ਼ 0 ਹੋ ਜਾਏਗਾ। ਇਨਵਰਸ ਇਜ਼ ਆਲਸੋ ਟਰੂ। ਇਨਵਰਸ ਦੇ ਕੇਸ ਵਿੱਚ ਵੀ ਆਪਾਂ ਰਿਜ਼ਲਟ ਬਣਾ ਸਕਦੇ ਹਾਂ। ਇਨਵਰਸ ਵੀ ਦਿੱਤਾ ਹੋਇਆ ਬੇਟਾ, ਉਹਦੀ ਕੋਰਸਪੋਂਡਿੰਗ ਤੁਸੀਂ ਚੈੱਕ ਕਰ ਸਕਦੇ ਹੋ। ਠੀਕ ਹੈ ਜੀ। ਸੋ ਉਹਦੇ ਵਿੱਚ ਕੇਸ ਵਿੱਚ ਆਪਾਂ ਸਕਸੈਸਿਵ ਜਗ੍ਹਾ ਦੋ ਸਕਸੈਸਿਵ ਰੋਟੇਸ਼ਨ ਲਗਾ ਦਿੰਦੇ ਥਰੂ ਓਮੇਗਾ ਐਂਗਲ ਓਮੇਗਾ 1 ਐਂਡ ਓਮੇਗਾ 2। ਉਹਦੇ ਕੇਸ ਵਿੱਚ ਤੁਹਾਡੇ ਕੋਲ ਸਿੰਗਲ ਰੋਟੇਸ਼ਨ ਵੀ ਆਪਾਂ ਬਣਾ ਸਕਦੇ ਹਾਂ। ਸੋ ਓਮੇਗਾ 1 ਐਂਡ ਓਮੇਗਾ 2 ਨੂੰ ਆਪਾਂ ਕਪਲ ਕਰਕੇ ਓਮੇਗਾ ਦੀ ਫਾਰਮ ਦੇ ਵਿੱਚ ਵੀ ਲਿਖ ਸਕਦੇ ਹਾਂ। ਤੇ ਇਹ ਵੀ ਤੁਹਾਡੇ ਕੋਲ ਇੱਕ ਪ੍ਰੋਪਰਟੀ ਆ ਜਾਂਦੀ ਹੈ ਬੇਟਾ। ਸੋ ਜਿਹੜੀ ਬਾਕੀ ਪ੍ਰੋਪਰਟੀਜ਼ ਦਿੱਤੀਆਂ ਹੋਈਆਂ ਉਹ ਵੀ ਨੀਚੇ ਦਿੱਤੀਆਂ ਹੋਈਆਂ ਬੇਟਾ। ਡੀ ਸਟਾਰ ਜੇ ਆਫ ਜੇ ਮਿਊ ਆਫ m ਅਲਫਾ ਬੀਟਾ ਐਂਡ ਗਾਮਾ ਦੀ ਕੋਰਸਪੋਂਡਿੰਗ ਮਿਊ ਮਾਈਨਸ m ਮਾਈਨਸ ਮਿਊ ਮਾਈਨਸ m ਦੀ ਕੋਰਸਪੋਂਡਿੰਗ ਡੀ ਦੇ ਆਪਣੇ ਕੋਲ ਮੈਟ੍ਰਿਕਸ ਦੇ ਕੋਰਸਪੋਂਡਿੰਗ ਆਪਣੇ ਕੋਲ ਕੁਝ ਟ੍ਰਾਂਸਫਰਮੇਸ਼ਨ ਪ੍ਰੋਪਰਟੀਜ਼ ਹੋਣਗੀਆਂ। ਤੁਸੀਂ ਇਹਨਾਂ ਨੂੰ ਇੱਕ ਵਾਰੀ ਨਿਗਾਹ ਮਾਰ ਲਿਓ। ठीक है जी। सो अपने को काफी सारी डी मैट्रिक्स दी प्रॉपर्टीज है। अगर सी इवैल्यूएट करना मैट्रिक्स एलिमेंट तो इसी तो इवैल्यूएट कर सकते हो बेटा। सो ये जेड़ा डी बिगिनर डी मैट्रिक्स है बेटा, ਇਹਦੇ ਵਿੱਚ ਜਿਹੜੀ ਪ੍ਰੋਪਰ ਐਕਸਪਲੇਨੇਸ਼ਨ ਹੈ ਤੁਸੀਂ ਫਾਈਂਡ ਆਊਟ ਕਰ ਸਕਦੇ ਹੋ। ਲੇਕਿਨ ਆਪਾਂ ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਜਾਂਦੇ। ਸੋ ਜ਼ਿਆਦਾ ਡਿਟੇਲ ਚ ਜਾਵਾਂਗੇ ਤਾਂ ਪ੍ਰੋਬਲਮ ਹੋਏਗੀ ਬਿਕਾਜ਼ ਸਿਲੇਬਸ ਕਾਫੀ ਪੈਂਡਿੰਗ ਹੈ ਇਸ ਚੀਜ਼ ਦਾ। ਸੋ ਸਫੈਰਿਕਲ ਹਾਰਮੋਨਿਕ ਦੀ ਐਡੀਸ਼ਨ ਥਿਊਰਮ ਵੀ ਦਿੱਤੀ ਹੋਈ ਹੈ ਬੇਟਾ। ਸੋ ਸਫੈਰਿਕਲ ਹਾਰਮੋਨਿਕ ਦੀ ਟਰਮ ਦੇ ਵਿੱਚ ਵੀ ਜਿਹੜੀ ਬਿਗਨਰ ਡੀ ਮੈਟ੍ਰਿਕਸ ਜਿਹੜੀਆਂ ਹੈਗੀਆਂ ਤੁਸੀਂ ਇੰਪਲੀਮੈਂਟ ਕਰਵਾ ਸਕਦੇ ਹੋ। ਸਫੈਰਿਕਲ ਹਾਰਮੋਨਿਕ ਗਿਵਨ ਇਨ ਦੀ ਐਸ ਫਰੇਮ can be obtained from the spherical harmonic defined in the S frame using the rotation matrices। तो जो spherical harmonic ਜਿਹੜਾ ਹੈ ਦੂਸਰੇ ਸਿਸਟਮ ਨੂੰ ਡਿਫਾਈਨ ਕਰਦੇ ਹੋ ਤਾਂ ਰੋਟੇਸ਼ਨ ਦੇ ਨਾਲ ਆਪਾਂ ਨੂੰ ਇੰਪਲੀਮੈਂਟ ਕਰਵਾ ਸਕਦੇ ਹਾਂ। ਉਹ ਸਾਰੇ ਪਾਰਟ ਬੇਟਾ ਇੱਥੇ ਦਿੱਤੇ ਹੋਏ ਆ। ਮੈਟ੍ਰਿਕਸ ਪ੍ਰੋਪਰਟੀਜ਼ ਉਹੀ ਹੈ, ਬਸ ਇਹਨਾਂ ਨੂੰ ਇੰਪਲੀਮੈਂਟ ਕਰਨ ਦਾ ਤਰੀਕਾ। ਸੋ ਇਹਨੂੰ ਇੱਕ ਵਾਰੀ ਨਿਗਾਹ ਮਾਰ ਲਿਓ। ਅਗਰ ਕੋਈ ਡਾਊਟਸ ਵਗੈਰਾ ਆਉਂਦੇ ਜਾਂ ਪ੍ਰੋਬਲਮ ਆਉਂਦੀ ਤਾਂ ਮੈਨੂੰ ਨਿਕਲ ਲਓ। ਸੋ ਕਪਲਿੰਗ ਰੂਲ ਹੈ ਬੇਟਾ ਉੱਥੇ ਵੀ ਦਿੱਤੇ ਹੋਏ ਆ ਜਿਹੜੇ ਆਪਾਂ ਪਹਿਲਾਂ ਡਿਸਕਸ ਕੀਤੇ ਹੈ। ਬਸ ਸਫੈਰਿਕਲ ਹਾਰਮੋਨਿਕਸ ਦੇ ਕੋਰਸਪੋਂਡਿੰਗ ਤੁਹਾਡੇ ਕੋਲ ਰੂਲਸ ਵਗੈਰਾ ਦਿੱਤੇ ਹੋਏ। ਠੀਕ ਹੈ ਜੀ। ਜਿੱਦਾਂ ਆਪਾਂ ਉੱਥੇ ਕੀਤਾ ਸੀ ਉਹ ਵੀ ਇੱਥੇ ਵੀ ਕੀਤਾ ਹੋਏਗਾ। ਸੋ ਆਪਾਂ ਕੋਈ ਜ਼ਿਆਦਾ ਡਿਟੇਲ ਚ ਜਾਣ ਦੀ ਲੋੜ ਨਹੀਂ ਹੈ, ਜਿੰਨਾ ਕਿ ਰਿਕੁਆਇਰਡ ਹੈ ਫੋਨ ਨਹੀਂ ਕਰਾਂਗੇ। ਠੀਕ ਹੈ ਜੀ। ਸੋ ਤੁਹਾਡੇ ਕੋਲ ਸਾਰਾ ਮਟੀਰੀਅਲ ਆਰਥੋਨੋਰਮੈਲਿਟੀ ਐਂਡ ਨਾਰਮਲਾਈਜੇਸ਼ਨ ਕੰਡੀਸ਼ਨ ਇਸ ਕੇਸ ਦੇ ਵਿੱਚ ਦਿੱਤੀਆਂ ਹੋਈਆਂ ਬੇਟਾ। ਤੁਸੀਂ ਇਹਨੂੰ ਨੋਟ ਕਰ ਲਿਓ ਇੱਕ ਵਾਰੀ ਜਿਹੜੀ ਜ਼ਰੂਰਤ ਹੈ। ਬਿਕਾਜ਼ ਮੈਂ ਵਾਰ-ਵਾਰ ਬੋਲੀ ਜਾਵਾਂਗਾ ਤਾਂ ਕੋਈ ਫਾਇਦਾ ਨਹੀਂ ਹੈ। ਬਿਕਾਜ਼ ਪ੍ਰੋਪਰਟੀਜ਼ ਹੈ ਜਿਸ ਤਰ੍ਹਾਂ ਹੋਣਗੇ ਉਸੇ ਤਰ੍ਹਾਂ ਨੂੰ ਡੀਲ ਕਰਨਾ ਪਏਗਾ।
ठीक है जी। सो इस दे नाल तुहाडा ये वाला पार्ट खत्म ਹੁੰਦਾ ਜਿਹੜਾ ਡੀ ਮੈਟ੍ਰਿਕਸ ਵਾਲਾ। तो ਨੈਕਸਟ ਟਾਈਮ ਪੈਰਾਮੀਟਰਾਈਜੇਸ਼ਨ ਆਫ ਸਪੇਸ ਦੀ ਆਪਾਂ ਗੱਲ ਕਰਾਂਗੇ ਜਿਹੜਾ ਕਿ ਐਮਕੇ ਪੌਲ ਦੇ ਵਿੱਚ ਦਿੱਤਾ ਹੋਇਆ। ਤੇ ਇਸ ਜ਼ਿਆਦਾ ਡਿਟੇਲ ਵਿੱਚ ਗੱਲ ਕਰਨ ਦੀ ਲੋੜ ਨਹੀਂ। ਐਮਕੇ ਪੌਲ ਦਾ ਜਿਹੜਾ ਸਿਲੇਬਸ ਹੈ ਉਹ ਚ ਰੋਟੇਸ਼ਨਲ ਮੈਟ੍ਰਿਕਸ ਦੀ ਗੱਲ ਕੀਤੀ ਗਈ ਹੈ। ਜਿੰਨਾ ਉਹਦੇ ਵਿੱਚ ਦਿੱਤਾ ਹੋਇਆ ਜਾਂ ਪੁਰਾਣੇ ਪੇਪਰਾਂ 'ਚ ਜਿੰਨਾ ਰਿਕੁਆਇਰਡ ਹੈ ਉਹਦੇ ਕੋਰਸਪੋਂਡਿੰਗ ਤੁਸੀਂ ਹੈਂਡਲ ਕਰ ਸਕਦੇ ਹੋ। ਜ਼ਿਆਦਾ ਡਿਟੇਲ 'ਚ ਜਾਣ ਦੀ ਲੋੜ ਨਹੀਂ। ठीक है बेटा। सो ਇਹਦੇ ਲਈ ਅੱਜ ਦੇ ਲਈ ਇੰਨਾ ਹੀ ਬਹੁਤ ਹੈ बेटा। थैंक यू वेरी मच। अगर कोई डाउट्स वगैरह है या क्वेश्चन है तो मेरे को दस सकते।